ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਨ ਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਟੂਡੈਂਟ ਵੀਜ਼ਾ ਸੰਬੰਧੀ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਉਹ ਲੈ ਸਕਦੇ ਹੋ। ਟੀਵੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਤੇ ਕਾਲ ਕਰਕੇ ਇਸ ਸ਼ੋਅ ਦੇ ਵਿੱਚ ਡਾਇਰੈਕਟਲੀ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਸਾਡੇ ਐਕਸਪਰਟ ਜਿਹੜੇ ਆ ਉਹ ਤੁਹਾਨੂੰ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ। ਮੇਰੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਮੌਜੂਦ ਰਹਿਣਗੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਸੈਟਿੰਗ ਅਬਰੋਡ ਤੋਂ ਗੌਰਵ ਤਲਵਾਰ ਜੀ। ਗੌਰਵ ਜੀ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਗੌਰਵ ਜੀ, ਜਦੋਂ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਹਾਲੇ ਸੈਟਿੰਗ ਦੀ ਕਰਦੇ ਸੀਗੇ, ਟੈਕਨੀਕਲ ਟੀਮ ਵਾਲੇ ਕਹਿੰਦੇ ਸੀ ਵੀ ਚੰਗਾ ਟਾਈਮ ਚੱਲ ਰਿਹਾ, ਵੀਜ਼ੇ ਕਾਫੀ ਆ ਰਹੇ ਆ। ਥੋੜ੍ਹੀ ਜਿਹੀ ਉਹੀ ਗੱਲ ਨੂੰ ਕੰਟੀਨਿਊ ਕਰ ਲਈਏ ਕਿ ਖੁਸ਼ਖਬਰੀ ਤੋਂ ਸ਼ੁਰੂ ਕਰਨਾ ਚਾਹੀਦਾ। ਬਿਲਕੁਲ। ਇਸ ਸਮੇਂ ਯੂਕੇ ਤਾਂ ਅਸੀਂ ਦੇਖਦੇ ਆ ਰਹੇ ਹਾਂ ਕਿ ਰਿਜ਼ਲਟ ਜੋ ਹੈ ਉਹ ਬਿਲਕੁਲ ਬਹੁਤ ਵਧੀਆ ਆਇਆ। ਟਰੈਵਲ ਕੀਤੇ, ਇਸ ਤੋਂ ਬਾਅਦ ਸੈਕਿੰਡ ਜੋ ਖੁਸ਼ਖਬਰੀ ਆਈ ਉਹ ਕੈਨੇਡਾ ਨੂੰ ਲੈ ਕੇ ਆਈ ਕਿ ਤੁਹਾਡੀ ਪਾਸਪੋਰਟ ਰਿਕੁਐਸਟ ਆ ਰਹੀ ਹੈ, ਬਾਇਓਮੈਟ੍ਰਿਕਸ ਹੋ ਰਹੇ ਹੈ। ਹੁਣ ਉਹ ਵੀ ਸ਼ਡਿਊਲ ਸਟਾਰਟ ਹੋ ਜਾਏਗਾ ਜਦੋਂ ਬੱਚੇ ਜੋ ਹੈ ਉਹ ਫਲਾਈ ਕਰਨ ਲੱਗ ਜਾਣਗੇ, ਕਿਉਂਕਿ ਇੱਕ ਸੈਕਟਰ ਤਾਂ ਚੱਲ ਹੀ ਰਿਹਾ ਹੈ ਕੈਨੇਡਾ ਦਾ। ਸੈਕਿੰਡ ਚੀਜ਼ ਜੋ ਨਵੀਂ ਨਿਕਲ ਕੇ ਆ ਰਹੀ ਹੈ, ਆਸਟ੍ਰੇਲੀਆ ਵੀ ਬਰਾਬਰ ਨਿਕਲ ਕੇ ਆ ਰਿਹਾ। ਵੀਜ਼ਾਸ ਜੋ ਹੈ ਆਸਟ੍ਰੇਲੀਆ ਦੇ ਵੀ ਰੈਗੂਲਰ ਬੇਸਿਸ 'ਤੇ ਆ ਰਹੇ ਹੈ। ਬਸ ਆਸਟ੍ਰੇਲੀਆ ਵਿੱਚ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਤੁਹਾਡਾ ਗੈਪ ਔਰ ਤੁਹਾਡੇ ਫੰਡਸ ਬਹੁਤ ਧਿਆਨ ਨਾਲ ਲਾਉਣੇ ਹੈ, ਕਿਉਂਕਿ ਇਹਦੀ ਵਜ੍ਹਾ ਨਾਲ ਹੀ ਅਗਰ ਹੋਏਗਾ ਤਾਂ ਰਿਫਿਊਜ਼ ਹੋਏਗਾ, ਨਹੀਂ ਤਾਂ ਵੀਜ਼ਾ ਜੋ ਹੈ ਆਸਟ੍ਰੇਲੀਆ ਦਾ ਆ ਰਿਹਾ ਹੈ। ਔਰ ਇਸ ਤੋਂ ਬਾਅਦ ਹੁਣ ਯੂਰਪ ਵੀ ਨਿਕਲ ਕੇ ਆ ਰਿਹਾ ਹੈ, ਕਿਉਂਕਿ 2021 ਜੋ ਇਨਟੇਕ ਆਉਣਗੇ, ਚਾਹੇ ਉਹ ਜਨ ਹੈ, ਚਾਹੇ ਉਹ ਮਾਰਚ ਹੈ, ਚਾਹੇ ਉਹ ਮਈ ਇਨਟੇਕ ਹੈ, ਫੈਬਰਰੀ ਤੋਂ ਬਾਅਦ ਨਿਊਜ਼ੀਲੈਂਡ ਵੀ ਸ਼ੁਰੂ ਕਰ ਰਿਹਾ। ਤਾਂ ਇਹ ਸਾਰੇ ਇਨਟੇਕ ਹੁਣ ਬੱਚਿਆਂ ਲਈ ਬਹੁਤ ਅੱਛੀ ਖਬਰ ਲੈ ਕੇ ਆਉਣਗੇ ਔਰ ਬਹੁਤ ਵੱਡੇ, ਕਿਉਂਕਿ ਬਹੁਤ ਜ਼ਿਆਦਾ ਤਿਆਰੀਆਂ ਹੋ ਰਹੀਆਂ ਕਿ 21 ਦੇ ਵਿੱਚ ਅਸੀਂ ਨਵੇਂ ਇਨਟੇਕ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿੱਦਾਂ ਸੱਦਾ ਦਾਂਗੇ, ਕੀ ਨਵੀਂ ਚੀਜ਼ਾਂ ਹੋਣਗੀਆਂ। ਅਸੀਂ ਵੀ ਆਪਣੇ ਪੱਧਰ 'ਤੇ ਐਜ਼ ਅ ਕੰਪਨੀ, ਐਜ਼ ਅ ਕੰਸਲਟੈਂਟਸ ਪ੍ਰੋਪਰ ਕੰਮ ਕਰ ਰਹੇ ਹਾਂ ਕਿ ਅਸੀਂ ਕਿਸ ਤਰ੍ਹਾਂ ਜੋ 2021 ਦੇ ਇਨਟੇਕ ਨੂੰ ਹੁਣ ਰਿਸਪੌਂਸ ਕਰਨਾ ਹੈ, ਕਿਹੜੀ ਯੂਨੀਵਰਸਿਟੀਜ਼ ਨੂੰ ਅਸੀਂ ਤੁਹਾਡੇ ਨਾਲ ਇੰਟਰੋਡਿਊਸ ਕਰਨਾ ਹੈ, ਐਂਡੋਸ ਕਰਨਾ ਹੈ, ਕਿਹੜੇ ਕਾਲਜਿਸ ਨੂੰ ਕਰਨਾ ਹੈ, ਕਿਹੜੇ ਪ੍ਰੋਸੈਸ ਨੂੰ ਕਰਨਾ ਹੈ, ਕਿਸ ਬੱਚੇ ਨੂੰ ਕੀ ਗਾਈਡ ਕਰਨਾ ਹੈ, ਕਿਹੜਾ ਕੋਰਸ ਗਾਈਡ ਕਰਨਾ ਹੈ, ਕਿਉਂਕਿ ਕੀ PR 2021 ਵਿੱਚ UK ਵੀ PR ਪਾਲਿਸੀਜ਼ ਨੂੰ ਲੈ ਕੇ ਆ ਰਿਹਾ ਹੈ। ਤਾਂ ਬਹੁਤ ਕੁਝ ਨਵਾਂ ਜੋ ਹੈ ਹੁਣ 2021 ਸਾਨੂੰ ਦੇਖਣ ਨੂੰ ਮਿਲੇਗਾ। ਚਲੋ ਚੰਗੀ ਗੱਲ ਹੈ ਜੀ। ਕੁਛ ਕੋਵਿਡ ਦੇ ਟਾਈਮ ਤੋਂ ਬਾਅਦ ਕੁਝ ਖੁਸ਼ਖਬਰੀਆਂ ਜਿਹੜੀਆਂ ਨੇ, ਪੋਜ਼ੀਟਿਵ ਜਿਹੜੀਆਂ ਨਿਊਜ਼ ਆਉਣੀਆਂ ਸ਼ੁਰੂ ਹੋਣ ਤਾਂ ਕਿ ਜਿਹੜਾ ਇਸ ਸਾਲ ਦੇ ਵਿੱਚ ਲੋਕਾਂ ਨੇ ਨਮੋਸ਼ੀ ਜਾਂ ਇੱਕ ਨੈਗੇਟਿਵ ਜਿਹੜੀ ਹੈ ਐਨਰਜੀ ਨੂੰ ਮਹਿਸੂਸ ਕੀਤਾ ਉਹ ਖਤਮ ਹੋਵੇ। ਕਾਲਸ ਵੱਲ ਚੱਲਦੇ ਹਾਂ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਜੀ ਭਾਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਆਪਣੇ ਯੂਕੇ ਦੇ ਵੀਜ਼ੇ ਬਾਰੇ ਪੁੱਛਣਾ ਚਾਹੁੰਦਾ ਸੀ। ਹਾਂਜੀ ਹਾਂਜੀ, ਦੱਸ ਦਿਓ ਸਰ। ਪ੍ਰੋਫਾਈਲ ਕੀ ਹੈ? ਸਰ ਮੇਰੀ +2 ਹੋਈ 2019 ਦੇ ਵਿੱਚ ਆਰਟਸ ਦੇ ਨਾਲ, ਤੇ ਸਰ ਮੇਰੀ +2 ਤੇ ਨਾ ਇੰਗਲਿਸ਼ ਚੋਂ ਨੰਬਰ ਦਾ ਘੱਟ ਸੀ। ਮੇਰੇ 75 ਚੋਂ ਨਾ 40 ਨੰਬਰ ਸੀ, ਪਰ ਲੇਕਿਨ ਮੇਰੇ ਬੈਂਡ ਸਕੋਰ ਸੀ ਓਵਰਆਲ ਸੀ 2.5। ਪਰ ਲੇਕਿਨ ਸਰ ਮੇਰੇ ਨਾ ਬੋਲਟਨ ਯੂਨੀਵਰਸਿਟੀ ਆਫ ਲੈਟਰ ਦਾ ਆ ਗਿਆ, ਪਰ ਉਹਨਾਂ ਨੇ ਇੰਟਰਵਿਊ ਤੋਂ ਬਾਅਦ ਰਿਜੈਕਟ ਕਰ ਦਿੱਤਾ। ਤੇ ਮੈਂ ਪੁੱਛਣਾ ਚਾਹੁੰਦਾ ਸੀ ਕਿ ਹੁਣ ਮੈਂ ਯੂਕੇ ਕਿਸੇ ਯੂਨੀਵਰਸਿਟੀ ਦਾ ਕਰਾਂ ਤੇ ਮੇਰਾ ਆਫਰ ਆ ਜਾਊਗਾ ਤੇ ਵੀਜ਼ਾ ਚਾਂਸਸ ਕਿੱਦਾਂ ਰਹਿਣਗੇ? ਜੀ ਬਿਲਕੁਲ, ਮੈਂ ਤੁਹਾਡਾ ਸਵਾਲ ਜਿਹੜਾ ਸਾਂਝਾ ਕਰਦਾ ਆਪਣੇ ਐਕਸਪਰਟ ਨਾਲ। ਤੁਸੀਂ ਟੀਵੀ ਦੇ ਥਰੂ ਜਿਹੜਾ ਆਪਣਾ ਉਹ ਜਵਾਬ ਲੈ ਲਓ। ਦੇਖੋ, ਗੱਲ ਕੀ ਹੈ ਕਿ ਬਹੁਤ ਸਾਰੀ ਯੂਨੀਵਰਸਿਟੀਜ਼ ਇਹ ਨਾ ਪਹਿਲੇ ਦੇਖਣਾ ਹੁੰਦਾ। ਮੈਂ ਇੱਕ ਸਮਝਾਉਣਾ, ਮੇਰੇ ਕੋਲ ਬੱਚੇ ਦਾ ਪ੍ਰੋਫਾਈਲ ਹੁੰਦਾ ਹੈ, ਪ੍ਰੋਫਾਈਲ ਨੂੰ ਪੜ੍ਹਦੇ ਹਾਂ ਅਸੀਂ ਆਪਣੇ ਪੱਧਰ 'ਤੇ। ਪਹਿਲੇ ਹੀ ਕਮਿਊਨੀਕੇਸ਼ਨ ਸਕਿੱਲ ਜੋ ਹੈ ਉਹ ਸਟੂਡੈਂਟ ਦੇ ਚੈੱਕ ਕਰ ਲੈਂਦੇ ਹਾਂ, ਤਾਂ ਕਿ ਸਾਨੂੰ ਪਤਾ ਹੋਵੇ ਕਿ ਜਿਹੜੀ ਯੂਨੀਵਰਸਿਟੀ ਵਿੱਚ ਅਸੀਂ ਬੱਚੇ ਨੂੰ ਪੇਸ਼ ਕਰਾਂਗੇ ਜਾਂ ਜਿਸ ਯੂਨੀਵਰਸਿਟੀ ਵਿੱਚ ਉਹਦਾ ਐਡਮਿਸ਼ਨ ਪਾਵਾਂਗੇ, ਉਸ ਯੂਨੀਵਰਸਿਟੀਜ਼ ਦੀ ਇੰਟਰਵਿਊ ਪੈਟਰਨ ਕੀ ਹੈ, ਉਹ ਕਿਸ ਲੈਵਲ ਦੀ ਇੰਗਲਿਸ਼ ਨੂੰ ਐਕਸੈਪਟ ਕਰਦੇ ਆ, ਇਹ ਸਾਨੂੰ ਪਤਾ। ਬਿਲਕੁਲ ਆਫਰ ਲੈਟਰ ਕੋਈ ਵੀ ਮੰਗਾ ਸਕਦਾ, ਐਕਸਪੀਰੀਅੰਸ ਦਾ ਹੀ ਫਰਕ ਆ। ਹੁਣ ਮੈਂ ਬੱਚੇ ਨੂੰ ਜਿਹਨੂੰ ਇੰਟਰਵਿਊ ਲਈ ਲੈ ਕੇ ਜਾਣਾ ਹੈ ਯੂਨੀਵਰਸਿਟੀ 'ਤੇ ਜਾਂ ਕੈਸ ਲਈ ਜਾਂ ਹਾਈ ਕਮਿਸ਼ਨ ਦੀ, ਤਾਂ ਉਸ ਤੋਂ ਪਹਿਲੇ ਮੈਂ ਬੱਚੇ ਨੂੰ ਪ੍ਰੋਪਰ ਪ੍ਰਪੇਅਰ ਕਰਕੇ ਫਿਰ ਅੱਗੇ ਲੈ ਕੇ ਜਾਣਾ, ਤਾਂ ਕਿ ਬੱਚੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਏ ਕਿ ਮੇਰੀ ਆਫਰ ਆ ਗਈ, ਮੇਰਾ ਕੈਸ਼ ਕੈਂਸਲ ਕਰਤਾ, ਮੇਰਾ ਕੈਸ਼ ਆ ਗਿਆ, ਮੇਰੀ ਹਾਈ ਕਮਿਸ਼ਨ ਨੇ ਇੰਟਰਵਿਊ ਕੈਂਸਲ ਕਰਤੀ। ਤਾਂ ਉਹ ਸਾਰੀ ਚੀਜ਼ਾਂ ਜੋ ਨੇ ਉਹ ਪ੍ਰੋਪਰ ਪਹਿਲੇ ਹੀ ਇੱਕ ਜੋ ਰਨਾਊਂਡ ਜੋ ਐਕਸਪੀਰੀਅੰਸ ਕੰਸਲਟੈਂਟ ਹੈ ਉਹ ਪ੍ਰੋਪਰ ਪਹਿਲੇ ਹੀ ਪ੍ਰਪੇਅਰ ਕਰਕੇ ਰੱਖਦਾ। ਤਾਂ ਤੁਹਾਡਾ ਜੋ ਪ੍ਰੋਫਾਈਲ ਹੈ ਬਿਲਕੁਲ ਅਪ ਟੂ ਮਾਰਕੀਟ, ਡੋਂਟ ਵਰੀ। ਬਹੁਤ ਸਾਰੀ ਯੂਨੀਵਰਸਿਟੀਜ਼ ਹੈ। ਹਾਂ, ਤੁਹਾਨੂੰ ਏਰੀਆ ਵਾਈਜ਼ ਨਹੀਂ ਕੋਈ ਚੱਕਰ ਹੋਣਾ ਚਾਹੀਦਾ, ਕਿਉਂਕਿ ਯੂਕੇ ਵਿੱਚ ਇਹ ਬੜੀ ਪ੍ਰੋਬਲਮ ਹੈ ਕਿ ਕੈਂਪਸ, ਕਈ ਵਾਰੀ ਬੱਚਾ ਕੈਂਪਸ ਨੂੰ ਲੈ ਕੇ ਅੜ ਜਾਂਦਾ, ਮੈਨੂੰ ਇਹੀ ਕੈਂਪਸ ਚਾਹੀਦਾ, ਉਹਦੇ ਵਿੱਚ ਓਪਨਿੰਗ ਹੁੰਦੀ ਹੈ ਜਾਂ ਨਹੀਂ ਹੁੰਦੀ, ਫਿਰ ਉੱਥੇ ਜਾ ਕੇ ਇਹ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ।
ਹੁਣ ਕਾਫੀ ਬੱਚੇ ਕੈਸ਼ ਦੀ ਵੇਟ ਵੀ ਕਰ ਰਹੇ ਨੇ, ਜਿਵੇਂ ਇਹਨਾਂ ਦਾ ਸੀਗਾ ਵੀ ਜੇ ਹੁਣ ਸੈਕਿੰਡ ਕੋਈ ਯੂਨੀਵਰਸਿਟੀ ਲੈ ਲਈਏ ਜਾਂ ਏਜੰਟ ਚੇਂਜ ਕਰ ਲਈਏ, ਪੋਸੀਬਿਲਿਟੀ ਹੈ ਇਹ ਬਿਲਕੁਲ ਬਿਲਕੁਲ ਯੂਨੀਵਰਸਿਟੀਜ਼ ਆਪਸ਼ਨ ਹੈ। ਬਾਕੀ ਹੁਣ ਬਹੁਤ ਘੱਟ ਐਸੀ ਯੂਨੀਵਰਸਿਟੀ ਹੈ ਜਿਨ੍ਹਾਂ ਵਿੱਚ ਤੁਹਾਨੂੰ ਆਪਸ਼ਨ ਮਿਲੇਗੀ, ਨਹੀਂ ਤਾਂ ਨੈਕਸਟ ਇਨਟੇਕ ਤੇ ਹੀ ਤੁਹਾਨੂੰ ਜੋ ਹੈ ਹੁਣ ਡੈਫਰ ਹੋਣਾ ਪਏਗਾ। ਬਾਕੀ ਮੈਂ ਤੁਸੀਂ ਜੋ ਨੰਬਰ ਚੱਲ ਰਿਹਾ ਇਸ 'ਤੇ ਆਪਣਾ ਪ੍ਰੋਫਾਈਲ ਸੈਂਡ ਕਰ ਦਿਓ, ਕਿਉਂਕਿ ਗੱਲ ਇਹ ਹੈ ਕਿ ਪ੍ਰੋਫਾਈਲ ਨੂੰ ਸੁਣਨਾ ਔਰ ਉਹਨੂੰ ਅਸੈਸ ਕਰਨਾ, ਮੈਂ ਹਮੇਸ਼ਾ ਕਹਿੰਦਾ ਦੋ ਅਲੱਗ ਗੱਲਾਂ ਨੇ। ਤਾਂ ਅਸੈਸ ਕਰਕੇ ਅਸੀਂ ਤੁਹਾਨੂੰ ਪ੍ਰੋਪਰ ਦੱਸ ਸਕਦੇ ਹਾਂ ਕਿ ਕਿਹੜੀ ਯੂਨੀਵਰਸਿਟੀ ਕਿਹੜੇ ਇਨਟੇਕ ਲਈ ਜੋ ਹੈ ਉਹ ਤੁਹਾਨੂੰ ਸੱਦਾ ਦੇਗੀ। ਸੋ ਕੋਈ ਮਨ ਦੇ ਵਿੱਚ ਸਵਾਲ ਹੈ ਜੀ, ਡਾਇਰੈਕਟਲੀ ਵੀ ਉਸ ਨੰਬਰ 'ਤੇ ਪੁੱਛਿਆ ਜਾ ਸਕਦਾ, ਪਲੱਸ WhatsApp ਕੀਤੇ ਜਾ ਸਕਦਾ, ਮੇਲ ਕੀਤੇ ਜਾ ਸਕਦੇ ਨੇ ਡਾਕੂਮੈਂਟ, ਕਿਉਂਕਿ ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਹੈ। ਤੁਸੀਂ WhatsApp ਦੇ ਥਰੂ ਵੀ ਆਪਣੇ ਡਾਕੂਮੈਂਟ ਭਾਜੀ ਸਕੈਨ ਕਰਕੇ ਜਾਂ ਫੋਟੋ ਖਿੱਚ ਕੇ ਕਿਹੜੇ ਕਲੀਅਰ ਰਹਿੰਦੇ? ਬਿਲਕੁਲ ਸਕੈਨ ਕਰਦੇ ਜਾਂ ਫੋਟੋ ਅੱਜ ਕੱਲ੍ਹ ਕੈਮ ਸਕੈਨਰਸ ਹਰੇਕਦੇ ਹੈ ਤਾਂ ਭੇਜਦੇ, ਉਹਦੇ ਵਿੱਚ ਅਸੀਂ ਉਹਨੂੰ ਪ੍ਰੋਪਰ ਦੱਸ ਦਾਂਗੇ ਕਿਹੜੀ ਯੂਨੀਵਰਸਿਟੀ ਕਿਹੜਾ ਇਨਟੇਕ ਔਰ ਕਿਸ ਲਈ ਫ੍ਰੀ ਆਫ ਕਾਸਟ ਅਸੈਸਮੈਂਟ ਜੋ ਲੈ ਸਕਦਾ। ਅੱਛਾ ਗੌਰਵ ਭਾਜੀ, ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ, ਜਦੋਂ ਬੱਚੇ ਫੋਨ ਕਰਦੇ ਆ ਉਹਨਾਂ ਨੂੰ ਹੁੰਦਾ ਵੀ ਹਰ ਚੀਜ਼ ਫੋਨ 'ਤੇ ਹੀ ਜਾਣਕਾਰੀ ਲੈ ਲਈਏ, ਹੁਣੇ ਦੱਸ ਦਿਓ ਸਾਰਾ ਕੁਝ, ਇਜ਼ ਦੈਟ ਪੋਸੀਬਲ ਵਿਦਆਊਟ ਡਾਕੂਮੈਂਟ ਸਾਰੀ ਕਾਉਂਸਲਿੰਗ ਦੇਣਾ ਜਾਂ ਸਿਰਫ ਆਈਡੀਆ ਲੱਗ ਸਕਦਾ? ਦੇਖੋ ਗੱਲ ਇਹ ਹੈ ਕਿ ਅਸੀਂ ਵਿਦਆਊਟ ਡਾਕੂਮੈਂਟਸ ਵਿਦਆਊਟ ਅਸੈਸਮੈਂਟ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਬਿਲਕੁਲ ਇਹ ਆਪਸ਼ਨਸ ਤੁਹਾਡੇ ਲਈ ਹੈਗੀਆਂ, ਇਹ ਕਾਲਜ ਯੂਨੀਵਰਸਿਟੀਜ਼ ਮਿਲ ਸਕਦੀ ਹੈ ਬਿਕੋਜ਼ ਆਫ ਆਵਰ ਐਕਸਪੀਰੀਅੰਸ, ਕਿਉਂਕਿ ਕਿੰਨੇ ਮਾਰਕਸ ਨੇ, ਕਦੋਂ ਪਾਸ ਹੋ, ਕੀ ਸਰਕਮਸਟੈਂਸਿਸ ਵਿੱਚ ਅਗਰ ਗੈਪ ਹੈ ਤਾਂ ਹੈਗਾ। ਬਟ ਐਕਚੁਅਲ ਤੁਸੀਂ ਕਦੋਂ ਆਓਗੇ, ਕਦੋਂ ਡਾਕੂਮੈਂਟ ਸਬਮਿਟ ਕਰੋਗੇ, ਯੂਨੀਵਰਸਿਟੀ ਨੂੰ ਭੇਜੋਗੇ, ਉਸ ਗੱਲ 'ਤੇ ਡਿਸਾਈਡ ਕਰੇਗਾ ਕਿ ਉੱਥੇ ਤੁਹਾਨੂੰ ਐਡਮਿਸ਼ਨ ਹੋਏਗਾ ਕਿ ਨਹੀਂ ਹੋਏਗਾ, ਕਿਉਂਕਿ ਡੇਲੀ ਬੇਸਿਸ 'ਤੇ ਗ੍ਰਾਫ ਹੈ, ਡੇਲੀ ਬੇਸਿਸ 'ਤੇ ਚੇਂਜ ਹੋ ਜਾਂਦਾ। ਰੋਜ਼ ਕੁਝ ਕੋਰਸਿਸ ਖੁੱਲ੍ਹ ਜਾਂਦੇ, ਕੁਝ ਬੰਦ ਹੋ ਜਾਂਦੇ, ਕੁਝ ਪੱਕੇ ਬੰਦ ਹੋ ਜਾਂਦੇ ਆ, ਕਿਉਂਕਿ ਵਨਸ ਆਫਰ ਲੈਟਰ ਇਸ਼ੂ ਹੋ ਗਈ ਉਹਦੇ ਕੁਝ ਟਾਈਮਿੰਗ ਹੈ, ਉਸ ਤੋਂ ਬਾਅਦ ਦੁਬਾਰਾ ਜੋ ਹੈ ਫਿਰ ਇਹ ਕਰਨਾ ਪਏਗਾ। ਬਿਲਕੁਲ। ਸੋ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਕਰਨ ਗੱਲ ਕਰ ਰਹੇ ਹਾਂ ਜੀ, ਮੈਂ ਪਠਾਨਕੋਟ ਤੋਂ। ਜੀ ਕਰਨ ਭਾਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਆਪਣਾ ਕੈਨੇਡਾ ਸਟੱਡੀ ਵੀਜ਼ਾ ਬਾਰੇ ਪੁੱਛਣਾ ਚਾਹੁੰਦਾ। ਮੈਂ ਆਪਣੀ ਪਲੱਸ 2 ਰੀਸੈਂਟਲੀ 2020 ਚ ਕੰਪਲੀਟ ਕਰੀ ਹੈ ਵਿਦ ਨਾਨ ਮੈਡੀਕਲ। ਓਕੇ ਜੀ। ਤੇ ਮੇਰੇ IELTS ਈਚ 6 ਨੇ ਜੀ। ਤੇ ਮੈਂ ਵੈਂਕੂਵਰ ਯੂਨੀਵਰਸਿਟੀ ਅਪਲਾਈ ਕਰਨਾ ਚਾਹੁੰਦਾ। ਸਰ ਯੂਨੀਵਰਸਿਟੀ ਬੈਟਰ ਰਹੂਗੀ ਜਾਂ ਕਾਲਜ ਬੈਟਰ ਰਹੂਗਾ? ਨੰਬਰ ਪਰਸੈਂਟੇਜ ਕਿੰਨੀ ਹੈ? ਸਰ ਮੇਰੀ ਪਲੱਸ 2 ਚ 85% ਹੈ ਵਿਦ ਨਾਨ ਮੈਡੀਕਲ। 85। ਦੇਖੋ ਅਗਰ ਯੂਨੀਵਰਸਿਟੀ ਦੀ ਗੱਲ ਕਰੋ ਤਾਂ ਵੈਂਕੂਵਰ, ਫਰੇਜ਼ਰ ਵੈਲੀ ਯੂਨੀਵਰਸਿਟੀ ਔਰ ਬਹੁਤ ਸਾਰੀ ਯੂਨੀਵਰਸਿਟੀਜ਼ ਹੈ ਜੋ ਤੁਹਾਨੂੰ ਕੀ ਹੈ ਕਿ ਦੋਨੋਂ ਆਪਸ਼ਨ ਦੇਣਗੇ, ਡੂਅਲ ਡਿਗਰੀ ਵੀ ਲੈ ਸਕਦੇ ਹੋ ਜਾਂ ਤੁਸੀਂ ਪ੍ਰੋਪਰ ਡਿਗਰੀ ਵੀ ਲੈ ਸਕਦੇ ਹੋ ਜਾਂ ਐਸੋਸੀਏਟ ਡਿਗਰੀ ਵੀ ਲੈ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਉੱਥੇ ਕਾਲਜਿਸ ਦੀ ਵੀ ਚੋਇਸ ਕਰ ਸਕਦੇ ਹੋ। ਗਵਰਨਮੈਂਟ ਜਿਹਨੂੰ ਅਸੀਂ ਆਪਣੀ ਲੈਂਗੁਏਜ SDS ਕਹਿ ਦਿੰਦੇ ਹਾਂ, SDS ਯੂਨੀਵਰਸਿਟੀ ਕਾਲਜਿਸ ਨੂੰ ਗਵਰਨਮੈਂਟ ਐਕਚੁਅਲੀ ਪਬਲਿਕ ਫੰਡਡ ਹੈ, ਉਹ ਕੋਈ ਵੀ ਲੈ ਸਕਦੇ ਹੋ ਔਰ ਬਹੁਤ ਅੱਛਾ ਪ੍ਰੋਫਾਈਲ ਹੈ। ਇਹਦੇ ਵਿੱਚ ਜ਼ਿਆਦਾ ਵੇਟ ਕਰਨ ਦੀ ਜ਼ਰੂਰਤ ਨਹੀਂ। ਹੁਣ ਮਈ ਦੇ ਵਿੱਚ ਜੋ ਚੋਇਸ ਹੈ ਉਹ ਬਹੁਤ ਲਿਮਿਟਿਡ ਹੈ, ਬਿਕੋਜ਼ ਮਈ ਬਹੁਤ ਵੱਡਾ ਸੈਸ਼ਨ ਨਹੀਂ ਹੁੰਦਾ। ਬਟ ਅਗਰ ਤੁਸੀਂ ਬਹੁਤ ਦੇਰ ਵੇਟ ਕਰੋਗੇ, ਮੈਂ ਇਹ ਦੇਖ ਲਾਂ ਉਹ ਦੇਖ ਲਾਂ, ਫਿਰ ਤੁਹਾਨੂੰ ਸਤੰਬਰ ਤੱਕ ਹੋ ਸਕਦਾ ਹੈ ਕਿ ਵੇਟ ਕਰਨੀ ਪਏ, ਕਿਉਂਕਿ ਅਗਰ ਮੈਂ ਪਹਿਲੇ ਦੱਸਿਆ ਕਿ ਵਿਨੀਪੈਗ, ਅਲਬਰਟਾ, BC ਇਹ ਜਿਹੜੀ ਜਗ੍ਹਾ ਨੇ ਇਹ ਪਹਿਲੇ ਹੀ ਬਹੁਤ ਟਾਈਟ ਨੇ, ਇੱਥੇ ਨਹੀਂ ਹੈ ਸੀਟਸ ਔਰ ਬਹੁਤ ਮੁਸ਼ਕਿਲ ਨਾਲ ਅਗਰ ਬਿਕੋਜ਼ ਡਾਇਰੈਕਟ ਟਾਈਪਸ ਨੇ ਤਾਂ ਸੀਟ ਮਿਲ ਜਾਏ ਤਾਂ ਗੱਲ ਹੈ। ਬਟ ਜਿੰਨੀ ਦੇਰ ਕਰੋਗੇ ਉਨੇ ਚਾਂਸਸ ਰਿਡਿਊਸ ਹੋ ਜਾਣਗੇ, ਫਿਰ ਤੁਹਾਨੂੰ ਸਤੰਬਰ 21 ਤੋਂ ਇਲਾਵਾ ਤੁਹਾਡੇ ਕੋਲ ਦੇਰ ਇਜ਼ ਨੋ ਅਦਰ ਆਪਸ਼ਨ ਜੀ। ਸੋ ਕੋਈ ਵੀ ਤੁਹਾਡੇ ਮਨ ਦੇ ਵਿੱਚ ਡਾਊਟ ਹੈ ਜੀ ਕਿਸੇ ਵੀ ਕੰਟਰੀ ਨੂੰ ਸਟੂਡੈਂਟ ਵੀਜ਼ਾ ਨੂੰ ਲੈ ਕੇ, ਉਹ ਪੁੱਛਿਆ ਜਾ ਸਕਦਾ। ਭਾਜੀ ਯੂਰਪ ਨੂੰ ਲੈ ਕੇ ਕਿਹੜੀ ਕੰਟਰੀਜ਼ ਦੀ ਇਸ ਨੂੰ ਆਪਸ਼ਨ ਖੁੱਲ੍ਹ ਗਈ ਹੈ? ਬਿਲਕੁਲ, ਜਰਮਨੀ ਸਭ ਤੋਂ ਪਹਿਲੇ ਤਾਂ ਜਰਮਨੀ ਇਸ ਸਮੇਂ ਪ੍ਰੋਪਰ ਆਪਸ਼ਨ ਦੇ ਰਿਹਾ ਹੈ। ਉਹਦੇ ਬਾਅਦ ਜਰਮਨੀ ਵਿੱਚ ਇਹ ਹੈ ਕਿ ਅਗਰ ਕਿਉਂਕਿ ਨਾ ਕਈ ਵਾਰੀ ਬੱਚਾ ਫਾਈਨੈਂਸ਼ੀਅਲੀ ਸਾਊਂਡ ਨਹੀਂ ਹੁੰਦਾ, ਉਹ ਬਹੁਤ ਜ਼ਿਆਦਾ ਇਨਵੈਸਟ ਨਹੀਂ ਕਰਨਾ ਚਾਹੁੰਦਾ, ਜਾਂ ਉਹ ਟਾਈਮ ਪ੍ਰੋਸੈਸ ਜਾਂ ਉਹਦੇ ਕੋਲ IELTS ਨਹੀਂ ਹੁੰਦੀ, ਇੰਗਲਿਸ਼ 'ਤੇ ਕਮਾਂਡ ਨਹੀਂ ਹੁੰਦੀ, ਤਾਂ ਜਰਮਨੀ ਬਹੁਤ ਅੱਛਾ ਆਪਸ਼ਨ ਨਿਕਲ ਕੇ ਆ ਰਿਹਾ ਇਸ ਸਮੇਂ ਜੋ ਪਰਸਨਲੀ, ਜਿਹਦੇ 'ਚ ਵੀਜ਼ਾ ਸਕਸੈਸ ਰੇਟ ਵੀ ਹੈ। ਤਾਂ ਦੂਜੀ ਚੀਜ਼ ਬਾਕੀ ਸਾਰੀ ਜਿੰਨੀ ਵੀ ਚਾਹੇ ਪੋਲੈਂਡ ਹੈ, ਉਸ ਤੋਂ ਬਾਅਦ ਫਰਾਂਸ ਹੈ, ਇਟਲੀ ਹੈ, ਇਹ ਸਾਰੀ ਕੰਟਰੀਜ਼ ਹੁਣ ਨਵਾਂ ਸਟੱਡੀ ਪਲੱਸ ਟੂਰਿਸਟ ਦੋਨੋਂ ਵੀਜ਼ਾ ਟਰੈਵਲ ਸ਼ੁਰੂ ਹੋ ਗਿਆ, ਇਹਨਾਂ ਦਾ ਟਰੈਵਲ ਸ਼ੁਰੂ ਕਰ ਰਹੇ ਨੇ ਔਰ ਨਵੇਂ ਟਰੈਵਲ ਗਾਈਡਲਾਈਨਸ ਨਾਲ ਬਹੁਤ ਜਲਦ ਆ ਰਹੇ ਨੇ ਜੀ। ਕਾਲ ਲੈਣੇ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਅਸ਼ਵਿੰਦਰ ਕੌਰ ਗੱਲ ਕਰ ਰਹੀ ਹਾਂ ਜੀ। ਅਸ਼ਵਿੰਦਰ ਜੀ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਸਰ, ਮੇਰੀ ਨਾ ਪਲੱਸ 2 ਰੀਸੈਂਟਲੀ ਪਾਸ ਆਊਟ ਹੈ 19 ਦੇ ਵਿੱਚ। ਹਾਂਜੀ, ਐਂਡ ਮੈंने ਮੈਡੀਕਲ ਕੀਤਾ ਹੋਇਆ, ਮੇਰੀ ਪਰਸੈਂਟੇਜ ਹੈਗੀ 67। ਯਾ ਐਂਡ ਮੈਂ UK ਦੇ ਲਈ ਕਨਫਰਮ ਕਰਨਾ ਵਿਦਆਊਟ ਆਈਜ਼ ਪੋਸੀਬਲ ਹੈਗਾ ਰਾਈਟ ਨਾਓ ਫॉर द ਬੈਚਲਰਸ। ਇੰਗਲਿਸ਼ ਕਿੰਨੇ ਨੰਬਰ ਨੇ ਤੁਹਾਡੇ? ਇੰਗਲਿਸ਼ ਵਿੱਚ ਹੈਗੇ 76 ਆਊਟ ਆਫ 100
ਐਂਡ CBSE ਬੋਰਡ ਤੋਂ ਪਾਸ ਆਊਟ ਹੈ ਸਰ ਮੈਂ। CBSE ਦੇਖੋ ਬਿਕੋਜ਼ ਤੁਸੀਂ ਮੈਡੀਕਲ ਸਟੂਡੈਂਟ ਹੋ, ਪੂਰਾ ਪੈਟਰਨ ਇੰਗਲਿਸ਼ ਦੇ ਵਿੱਚ ਹੈ ਤਾਂ ਕੋਈ ਪ੍ਰੋਬਲਮ ਨਹੀਂ ਹੈ ਆਇਲਸ ਨੂੰ ਲੈ ਕੇ ਬਹੁਤ ਵੱਡੀ, ਕਿਉਂਕਿ ਹੁਣ ਤੁਹਾਡੀ ਜਗ੍ਹਾ ਆਇਲਸ ਜਾਂ ਤਾਂ 6 ਹੋਣ, ਇੱਕ ਵੀ 5.5 ਹੋਣ ਤਾਂ ਉਸ ਤਰ੍ਹਾਂ ਦਾ ਆਇਲਸ ਦੇਣ ਦਾ ਹੀ ਫਾਇਦਾ ਹੁੰਦਾ ਹੈ। ਹੁਣ ਇੱਥੇ ਇੱਕ ਗੱਲ ਹੋਰ ਸਮਝਾਉਣਾ, ਬਹੁਤ ਸਾਰੇ ਬੱਚੇ 5.5 ਹੈ, ਈਚ 5.5 ਹੈ ਜਾਂ 6 ਹੈ, 2 ਵਿੱਚ 5.5 ਹੈ, ਇੱਕ ਵਿੱਚ 5 ਹੈ, ਇਹੋ ਜਿਹੀ ਆਇਲਸ ਵੀ ਲਾ ਦਿੰਦੇ ਆ ਨਾਲ। ਫਿਰ ਉਹਨਾਂ 'ਤੇ ਜੋ ਲੈਂਗੁਏਜ ਦਾ ਸਿਕੰਜਾ ਹੈ ਉਹ ਘੱਟ ਹੋਣ ਦੀ ਬਜਾਏ ਜ਼ਿਆਦਾ ਟਾਈਟ ਹੋ ਜਾਂਦਾ। ਫਿਰ ਉਹ ਜ਼ਿਆਦਾ ਇੰਟਰਵਿਊ ਲੈਂਦੇ ਕਿ ਤੁਸੀਂ ਇੰਗਲਿਸ਼ 'ਤੇ ਮਤਲਬ ਤੁਹਾਡੀ ਕਮਾਂਡ ਪ੍ਰੋਪਰ ਨਹੀਂ ਹੈ। ਤਾਂ ਇਹ ਬਹੁਤ ਸੋਚਣਾ ਪੈਂਦਾ ਹੈ UK ਦੇ ਵਿੱਚ ਕਿ ਹੁਣ ਅਸੀਂ ਜੋ ਆਇਲਸ ਸਰਟੀਫਿਕੇਟ ਤੁਸੀਂ ਸਾਨੂੰ ਦੇ ਰਹੇ ਹੋ ਉਹ ਆਇਲਸ ਸਰਟੀਫਿਕੇਟ ਅਸੀਂ ਲਾਉਣਾ ਜਾਂ ਨਹੀਂ ਲਾਉਣਾ। ਹੁਣ ਤੁਸੀਂ ਆਇਲਸ ਮੰਨ ਲਓ 2019 ਪਾਸ ਆਊਟ ਹੋ, 1 ਸਾਲ ਪਹਿਲੇ ਆਇਲਸ ਕੀਤੀ, 6 ਸੀ, ਇੱਕ ਵੀ 5.5 ਸੀ, ਅਗਰ ਮੈਂ ਉਹ ਆਇਲਸ ਲਾਤੀ ਫਿਰ ਉਹਨਾਂ ਦਾ ਦਿਮਾਗ ਉੱਥੇ ਇੰਟਰਵਿਊ ਵਾਲੇ ਦਾ ਸੈੱਟ ਹੋ ਜਾਣਾ ਕਿ ਇਹ 6 ਬੈਂਡ ਵਾਲੀ ਇੰਗਲਿਸ਼ ਬੋਲਦਾ। ਹੁਣ ਤੁਸੀਂ ਸਾਲ ਬੋਲੇ ਹੀ ਨਹੀਂ ਇੰਗਲਿਸ਼। ਹੁਣ ਤੁਸੀਂ ਆ ਬਹੁਤ ਸਾਰੀ ਟੈਕਨੀਕਲ ਚੀਜ਼ਾਂ ਨੇ ਜਾਂ ਐਕਸਪੀਰੀਅੰਸ ਚੀਜ਼ਾਂ ਨੇ ਜਿਹਦੇ ਵਿੱਚ ਪ੍ਰੋਫਾਈਲ ਨੂੰ ਦੇਖ ਕੇ ਸਮਝ ਆਉਂਦਾ ਕਿ ਉਹਦਾ ਆਇਲਸ ਅਸੀਂ ਰਿਪਰੈਜ਼ੈਂਟ ਕਰਨਾ ਜਾਂ ਨਹੀਂ ਕਰਨਾ। ਕਿਉਂਕਿ ਬਹੁਤ ਵਾਰੀ ਮੈਂ 6 ਬੈਂਡ ਈਚ ਦਾ ਵੀ 1.5 ਸਾਲ ਹੋ ਗਿਆ, ਪੌਣੇ 2 ਸਾਲ ਹੋ ਗਏ ਆਇਲਸ ਨਹੀਂ ਲਾਇਆ ਕਿਉਂਕਿ ਉਹਨੇ ਉਸ ਤੋਂ ਬਾਅਦ ਇੰਗਲਿਸ਼ ਬੋਲੀ ਨਹੀਂ। ਔਰ ਈਚ 6 ਦਾ ਸਰਟੀਫਿਕੇਟ ਅਗਰ ਲਾਤਾ ਤਾਂ ਜਿੰਨੇ ਤੁਹਾਡੀ ਇੰਟਰਵਿਊ ਲੈਣੀ ਹੈ ਉਹਦਾ ਮਾਈਂਡ ਸੈਟ ਉੱਤੇ ਖੜਾ ਹੋ ਜਾਣਾ ਕਿ ਇਹ ਤਾਂ ਈਚ 6 ਵਾਲੀ ਇੰਗਲਿਸ਼ ਬੋਲੇਗਾ ਔਰ ਤੁਸੀਂ ਉਹਨੂੰ ਨਹੀਂ ਪੂਰਾ ਕਰ ਪਾਏ, ਫਿਰ ਤੁਹਾਨੂੰ ਪ੍ਰੋਬਲਮ ਖੜੀ ਹੋ ਜੂਗੀ। ਤਾਂ ਇਹ ਬਹੁਤ ਸਾਰੀ ਚੀਜ਼ਾਂ ਨੇ। ਜਦੋਂ ਕੇਸ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਤਾਂ ਕੇਸ ਦੇ ਵਿੱਚ ਡਾਕੂਮੈਂਟਸ ਤੁਹਾਡੀ ਤਾਕਤ ਤਾਂ ਬਣਦੇ ਹੀ ਬਣਦੇ, ਕਈ ਵਾਰ ਤੁਹਾਡੀ ਵੀਕਨੈਸ ਬਣਦੇ ਆ, ਉਹੀ ਡਾਕੂਮੈਂਟ ਤੁਹਾਡੇ ਲਈ ਪ੍ਰੋਬਲਮ ਖੜੀ ਕਰ ਦਿੰਦੇ ਆ। ਤਾਂ ਇਹ ਬਹੁਤ ਚੀਜ਼ ਦੇਖਣੀ ਪੈਂਦੀ ਹੈ ਕਿ ਡਾਕੂਮੈਂਟ ਅਸੀਂ ਕਿਸ ਤਰ੍ਹਾਂ ਲਾਵਾਂਗੇ, ਕਿਹੜੇ ਲਾਉਣੇ ਆ ਔਰ ਕਿੰਨੇ ਲਾਣੇ ਆ। ਹੁਣ ਰਿਟਰਨਸ ਲਾਣੀ ਹੈ, ਸੇਵਿੰਗਸ ਲਾਣੀ ਹੈ। ਕਈ ਵਾਰ ਬੰਦਾ 4 ਅਕਾਊਂਟ ਹੁੰਦੇ, 4 ਲਾ ਦਿੰਦਾ, ਟ੍ਰਾਂਜੈਕਸ਼ਨ ਕੋਈ ਨਹੀਂ ਹੁੰਦੀ, ਉਹ ਵੀ ਨੈਗੇਟਿਵ ਚਲੇ ਜਾਂਦਾ। ITR ਮੈਂ ਬਹੁਤ ਅੱਛੇ SDS ਕੇਸ ਦੇਖੇ, ਚੰਗਾ ਭਲਾ ਉਹਦੇ 'ਚ ਨਾ ITR ਮੰਗਦੇ ਨੇ ਕੁਛ, ਅੱਜ ਜਾਣ ਕੇ ITR ਬੈਂਕ ਸਟੇਟਮੈਂਟ ਲਾ ਦੇਣਗੇ, ਉਹ ITR 2 ਲੱਖ ਦੀ ਨਹੀਂ ਹੁੰਦੀ ਸਾਰੀ ਫੈਮਿਲੀ ਦੀ, ਉਹ ਵੀ ਤੁਹਾਡੇ ਖਿਲਾਫ ਕੱਲਾ ਜਾਂਦਾ। ਫਿਰ ਬੱਚਾ ਕਹਿੰਦਾ ਮੈਂ ਤਾਂ SDS ਸੀ ਜੀ, ਮੈਨੂੰ ਰਿਫਿਊਜ਼ ਕਰ। ਮਤਲਬ ਜ਼ਿਆਦਾ ਡਾਕੂਮੈਂਟ ਲਾਣੇ ਵੀ ਨੁਕਸਾਨਦਾਇਕ ਹੋ ਸਕਦੇ। ਹਾਂ ਬਿਲਕੁਲ, ਉਹ ਡਾਕੂਮੈਂਟ ਜੋ ਤੁਹਾਨੂੰ ਸਪੋਰਟ ਕਰੇ ਉਹ ਡਾਕੂਮੈਂਟ ਨਹੀਂ ਲਾ ਦੇਣਾ ਨਾ ਜੋ ਤੁਹਾਡਾ ਨੁਕਸਾਨ ਕਰਦੇ। ਇਹ ਵੀ ਐਕਸਪੀਰੀਅੰਸ ਨਾਲ ਹੀ ਆਉਣਾ। ਬਿਲਕੁਲ। ਨੈਕਸਟ ਕਾਲ ਲੈਣੇ ਜੀ। ਹੈਲੋ ਆਈ ਥਿੰਕ ਫੋਨ ਕੱਟ ਗਿਆ ਜੀ। ਮੈਂ ਬੇਨਤੀ ਕਰ ਦਵਾਂ ਰੇਂਜ 'ਚ ਰਹਿ ਕੇ ਕਾਲ ਪਲੀਜ਼ ਕਰਿਆ ਕਰੋ ਤਾਂ ਕਿ ਇੱਕ ਸਹੀ ਤਰ੍ਹਾਂ ਨਾਲ ਸਾਡੇ ਨਾਲ ਰਾਬਤਾ ਜੁੜ ਸਕੇ ਤੇ ਅਸੀਂ ਤੁਹਾਡੀ ਕਾਲ ਲੈ ਕੇ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਉਹਦਾ ਜਵਾਬ ਤੁਹਾਡੇ ਤੱਕ ਪਹੁੰਚਾ ਪਾਈਏ। ਬਿਲਕੁਲ ਇੱਕ UK ਦਾ ਅਸੀਂ ਸਵਾਲ ਲੈ ਲਈ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਜੀ ਮੈਮ ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਨਾ ਆਪਣੇ ਬ੍ਰਦਰ ਦੀ ਪੁੱਛਣਾ ਸੀ ਜੀ, ਮੈਂ ਨਵੀਂ ਤੋਂ ਗੱਲ ਕਰ ਰਹੀ ਹਾਂ ਮੋਗਾ ਤੋਂ ਜੀ। ਕੀ ਪ੍ਰੋਫਾਈਲ ਹੈ ਜੀ ਬ੍ਰਦਰ ਦੀ? +2 ਕੀਤੀ ਸਰ ਉਹਨੇ 2019 ਦੇ ਵਿੱਚ ਜੀ। ਓਕੇ ਜੀ। ਤੇ ਸਰ ਕੈਨੇਡਾ ਦੀ ਫਾਈਲ ਆਈ ਸੀ ਪਿਛਲੇ ਸਾਲ, ਅਸੀਂ ਨਾ ਰਿਫਿਊਜ਼ ਹੋ ਗਈ ਸੀ ਸਤੰਬਰ ਦੀ। ਮੈਂ +2 ਸਬਜੈਕਟ ਕਿਹੜੇ 'ਚ ਕੀਤੀ ਹੈ ਜੀ? ਆਰਟਸ ਕੀਤੀ ਹੈ ਸਰ। ਕਿੰਨੇ %? 78% ਨਹੀਂ। ਤੇ ਆਇਲਸ? ਆਇਲਸ ਤੋਂ 6 ਬੈਂਡ ਹੈ ਸਰ, ਇੱਕ ਮੋਡਿਊਲ ਤੋਂ 5.5 ਨਹੀਂ ਜੀ। ਓਕੇ ਜੀ। ਰਿਜੈਕਸ਼ਨ ਦਾ ਕੀ ਕਾਰਨ ਰਿਹਾ ਮੈਮ? ਸਰ ਉਹਨਾਂ ਨੇ ਫੰਡ ਵਗੈਰਾ ਦਾ ਕਿਹਾ, ਫਾਈਨੈਂਸ਼ੀਅਲੀ ਸਟੇਟਸ ਦਾ ਕੁਝ ਲਿਖਿਆ ਹੋਇਆ ਸੀ ਉਹਦੇ 'ਚ। ਓਕੇ ਜੀ। ਹੁਣ ਤੁਸੀਂ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਕੈਨੇਡਾ? ਹਾਂਜੀ ਸਰ ਦੁਬਾਰਾ ਕਰਨਾ ਚਾਹੁੰਦੇ ਹਾਂ ਜੀ। ਅੱਛਾ, ਹੁਣ ਗੱਲ ਇਹ ਹੈ ਕਿ ਪ੍ਰੋਪਰ ਫਾਈਲ ਚਾਹੀਦੀ ਹੁੰਦੀ ਹੈ। ਹੁਣ ਮੈਂ ਇਹੀ ਫੰਡਸ ਦਾ ਕਿਹਾ, ਹੁਣ ਪ੍ਰੋਬਲਮ ਇਹ ਹੈ ਕਿ ਜਦ ਨੌਨ SDS ਆ ਗਈ ਫਿਰ ਬਹੁਤ ਸਾਰੇ ਲੋਕਾਂ ਦੀ ਜਾਂ ਸਾਡੀ ਇੱਕ ਸਾਈਕੋਲੋਜੀ ਬਣੀ ਹੋਈ, ਡਾਕੂਮੈਂਟ ਜਿੰਨੇ ਆ ਸਾਰੇ ਦੇ ਦਿਓ, ਫਾਈਲ ਇੰਨੀ ਮੋਟੀ ਹੋਣੀ ਚਾਹੀਦੀ ਹੈ। ਪਰ ਡਾਕੂਮੈਂਟ ਤੁਹਾਡੇ ਸਪੋਰਟ ਵਿੱਚ ਤਾਂ ਹੋਣੇ ਚਾਹੀਦੇ ਆ, ਤੁਹਾਡੀ ਕੈਲਕੂਲੇਸ਼ਨ ਹੋਣੀ ਚਾਹੀਦੀ ਹੈ ਕਿ ਮੈਨੂੰ ਇੰਨੇ ਫੰਡ ਰਿਕੁਆਇਰਡ ਹੈ, ਮੈਨੂੰ ਇੰਨੀ ਇਨਕਮ ਰਿਕੁਆਇਰਡ ਹੈ, ਕੱਲ੍ਹ ਨੂੰ ਵੈਰੀਫਾਈ ਹੋਊਗੀ। ਮੈਂ ਇਹ ਦੇਖਿਆ ਕਿ ਇੰਨੇ ਅਣਜਾਣ ਲੋਕ ਫਾਈਲ ਲਾ ਦਿੰਦੇ ਆ ਕਿ 2 ਦਿਨ ਪਹਿਲੇ ITR ਭਰ ਕੇ 2 ਸਾਲ ਦੀ ਲਾ ਦਿੰਦੇ ਨਾ ਕਿ ITR ਭਰ ਦਿਓ ਜੀ 2 ਸਾਲ ਪਹਿਲੇ ਦੀ 2 ਦਿਨ ਦੀ। ਹੁਣ ਤੁਸੀਂ 2 ਦਿਨ ਪਹਿਲੇ ਭਰ ਕੇ ਜੇ ਲਾ ਰਹੇ ਹੋ ਤਾਂ ਇਹ ਦਿਖ ਰਿਹਾ ਹੈ ਕਿ ਤੁਸੀਂ 2 ਦਿਨ ਪਹਿਲੇ ਤਾਂ ਭਰੀ ਕਿ ਇਹ ਤੁਸੀਂ ਹਾਈ ਕਮਿਸ਼ਨ ਫਾਈਲ ਲਾਉਣੀ ਸੀ। ਉਹ ਵੀ ਨੈਗੇਟਿਵ ਹੈ, ਉਹ ਤੁਹਾਡੇ ਲਈ ਨੈਗੇਟਿਵ ਹੈ। ਅੱਛਾ, ਕਈ ਵਾਰੀ ਹੁੰਦਾ ਬੰਦੇ ਨੂੰ ਪੁੱਛੋ ਵੀ ITRs ਹੈਗੀਆਂ, ਕੋਈ ਭਰ ਦਾਂਗੇ ਜੀ, ਹੁਣ ਭਰ ਦਿੰਦੇ। ਹਾਂ ਬਿਲਕੁਲ, ਉਹ ਜਿਹੜੀ ਹੁਣ ਭਰੀਆਂ ਉਹ ਨੈਗੇਟਿਵ ਜਾਣਗੀਆਂ 100%, ਕਿਉਂਕਿ ਤੁਸੀਂ ਇੰਟੈਂਸ਼ਨਸ ਕਲੀਅਰ ਹੋ ਜਾਂਦੀਆਂ, ਇੰਟੈਂਸ਼ਨ ਦਿਖ ਰਹੀਆਂ ਤਾਂ ਹੀ ਉਹ ਲਿਖ ਕੇ ਲਾਉਂਦੇ ਆ। ਬਹੁਤ ਵਾਰੀ ਬੰਦਾ ਕਹਿੰਦਾ ਜਰਨਲ ਲਿਖ ਕੇ ਲਾਤਾ ਜੀ, ਤੁਸੀਂ ਵਾਪਸ ਨਹੀਂ ਆਓਗੇ, ਜੈਨੂਅਨ ਨਹੀਂ। ਉਹ ਐਕਚੁਅਲ ਪ੍ਰੋਬਲਮ ਇਹ ਹੈ ਕਿ ਤੁਹਾਡੇ ਡਾਕੂਮੈਂਟਸ ਇਹ ਪ੍ਰੂਵ ਕਰਦੇ ਆ ਕਿ ਤੁਹਾਡੀ ਜੈਨੂਅਨ ਜੋ ਟੈਂਡੈਂਸੀ ਹੈ ਉਹ ਨਹੀਂ ਹੈ। ਤੁਸੀਂ ਫੈਬਰੀਕੇਟ ਕਰ ਰਹੇ ਹੋ, ਡਾਕੂਮੈਂਟ ਬਣਾ ਰਹੇ ਹੋ, ਤੁਸੀਂ ਜਾਣ ਕੇ 2 ਸਾਲ ਦੀ ITR ਭਰੀ ਜਦ ਤੁਸੀਂ ਪਹਿਲੇ ਹੀ ਨਹੀਂ ਭਰੀ, ਹੁਣ ਕਿਉਂ ਭਰ ਰਹੇ ਹੋ? ਫਿਰ ਉਹਦਾ ਅਸੀਂ ਜੇ ਤੁਹਾਡੇ ਕੋਲ ਜ਼ਮੀਨ ਹੈ, ਤੁਹਾਡੀ ਦੁਕਾਨ ਹੈ, ਤੁਹਾਡੀ ਅਕਾਊਂਟ ਹੈ, ਫਿਰ ਉਸ ਤਰੀਕੇ ਦੀ ਇਨਕਮ ਪ੍ਰੂਫ ਬਣਾਵਾਂਗੇ ਜੋ
ਪਿੱਛੇ ਦੇ ਬਣੇ ਹੋਏ ਨੇ ਜੋ ਪਹਿਲੇ ਤੁਹਾਡੇ ਕੋਲ ਹੈਗੇ ਨੇ ਤਾਂ ਕ੍ਰੀਏਟ ਨਹੀਂ ਕਰਾਂਗੇ ਮੌਕੇ ਜੋ ਤੇ ਹੈਗਾ create- ਉਹੀ ਬਣਾਓ, ਉਹੀ ਜੋ ਐਕਚੁਅਲ ਕੀਤਾ ਉਹਦੇ ਡਾਕੂਮੈਂਟ ਪ੍ਰੋਵਾਈਡ ਕਰਾਓ। ਡਾਕੂਮੈਂਟ ਪੁਰਾਣੇ ਅਕਾਊਂਟਸ ਹੈ, ਮੰਨ ਲਓ ਮੈਂ ਰਿਟਰਨ ਨਹੀਂ ਭਰਦਾ, ਮੇਰੇ ਕੋਲ ਬੱਚਾ ਆਇਆ ਉਹਦੇ ਰਿਟਰਨਸ ਨਹੀਂ ਸੀ, ਬਟ ਉਹਦੀ ਖਾਤਾ ਸੀ, ਉਹਦੇ 'ਚ ਅਕਾਊਂਟ ਸੀ, ਟ੍ਰਾਂਸਫਰ ਸੀ, ਉਹਦੇ ਵਿੱਚ ਨਿਕਲਦਾ ਸੀ, ਸੀਏ ਰਿਪੋਰਟ ਬਣਾਤੀ ਵਿਦਆਊਟ ਰਿਟਰਨ ਕਿ ਦਿਸ ਇਜ਼ ਦਾ ਸੀਏ ਰਿਪੋਰਟ ਇਹ ਹੈ, ਬਟ ਨਹੀਂ ਭਰੀ ਰਿਟਰਨ, ਇਹਨੂੰ ਇਹ ਲੱਗਦਾ ਹੀ ਨਹੀਂ ਸੀ ਕਿਉਂਕਿ ਉੱਥੇ ਐਸਓਪੀ 'ਚ ਲਿਖਿਆ ਹੈ ਕਿ ਮੇਰੇ ਜੋ ਪੇਰੈਂਟਸ ਹੈ ਉਹ ਇੰਨੇ ਅਵੇਅਰ ਨਹੀਂ ਹੈ ਟੈਕਸ ਨੂੰ ਲੈ ਕੇ ਬਟ ਦਿਸ ਇਜ਼ ਮਾਈ ਇਨਕਮ, ਇਹ ਪ੍ਰੂਵ ਹੁੰਦੀ ਹੈ ਤਾਂ ਆਟੋਮੈਟਿਕ ਦੈਟ ਇਜ਼ ਜੈਨੂਅਨ, ਜਿਹਨੂੰ ਅਸੀਂ ਕਾਊਂਟਰ ਕਰ ਸਕਦੇ ਹਾਂ, ਜਿਹਦੇ ਖਿਲਾਫ ਲੜ ਸਕਦੇ ਹਾਂ, ਪਰ ਕੁਝ ਚੀਜ਼ਾਂ ਨੂੰ ਅਸੀਂ ਕਾਊਂਟਰ ਹੀ ਨਹੀਂ ਕਰ ਸਕਦੇ, ਉਹ ਜਾਣ ਕੇ ਤੁਹਾਡੇ ਖਿਲਾਫ ਖੜੀ ਹੋ ਜਾਂਦੀਆਂ। ਫਿਰ ਉਸ ਚੀਜ਼ਾਂ ਵਿੱਚ ਤੁਹਾਨੂੰ ਧਿਆਨ ਲਾ ਕੇ ਹਮੇਸ਼ਾ ਡਾਕੂਮੈਂਟ ਲਾਉਣੇ ਆ। ਮੈਂ ਸਮਝਾਤਾ ਕਿ ਆਇਲਸ ਕਦੋਂ ਕੀਤਾ, ਕਿੰਨੇ ਬੈਂਡ ਸੀ, ਖਾਸ ਕਰ ਯੂਕੇ ਦੇ ਵਿੱਚ, ਉਸ ਤੋਂ ਬਾਅਦ ਕੈਨੇਡਾ ਵਿੱਚ ਤੁਹਾਡੇ ਇਨਕਮ ਪ੍ਰੂਫ, ਇਹੀ ਕਾਰਨ ਬਣਦੇ ਨੇ ਜਦ ਤੁਸੀਂ ਐਸਡੀਐਸ ਕੇਸ ਹੁੰਦੇ ਹੋਏ ਵੀ ਰਿਫਿਊਜ਼ ਹੋ ਜਾਂਦੇ। ਜੀ, ਤੁਸੀਂ ਕੁਝ ਯੂਕੇ ਬਾਰੇ ਕਹਿਣ ਲੱਗੇ ਸੀ। ਮੈਂ ਬਿਲਕੁਲ, ਯੂਕੇ ਦਾ ਹੁਣੇ ਮੇਰੇ ਕੋਲ ਇੱਕ ਕੇਸ ਆਇਆ, ਯੂਕੇ ਦਾ ਕੇਸ, ਉਹਨੇ ਫੰਡਸ ਦਿੱਤੇ, ਉਹਨੇ 20 ਲੱਖ ਰੁਪਏ ਕਿੱਥੋਂ ਯਾਰਾਂ ਮਿੱਤਰਾਂ ਤੋਂ ਫੜ ਕੇ ਪਵਾ ਲਏ, ਬਟ ਜੌਬ ਤੋਂ ਹੈ। ਹੁਣ ਇੱਕੋਦਮ 20 ਲੱਖ ਰੁਪਏ ਪਾ ਕੇ, ਹਾਲਾਂਕਿ ਜੈਨੂਅਨ ਫੰਡਸ ਹੈ, 2 ਮਹੀਨੇ ਵੀ ਪੁਰਾਣੇ ਕਰ ਲਏ, ਬਟ ਫਿਰ ਵੀਜ਼ਾ ਨਹੀਂ ਆਣਾ ਸੀ, ਦਿਖ ਰਿਹਾ ਸੀ ਸੋਰਸ ਜਿਹੜਾ ਉਹ ਨਹੀਂ ਹੈ, ਕੋਈ ਸੋਰਸ ਸਹੀ ਨਹੀਂ ਸੀ ਬਿਲਕੁਲ। ਫਿਰ ਅਸੀਂ ਕੀ ਕੀਤਾ ਕਿ ਉਸ ਦੇ ਵਿੱਚ ਉਹਨੂੰ ਪ੍ਰੋਪਰ ਬੈਂਕ ਤੋਂ ਐਜੂਕੇਸ਼ਨ ਲੋਨ ਕਰਾਇਆ ਤਾਂ ਵੀਜ਼ਾ ਆ ਗਿਆ। ਜੇ ਹੁਣ ਉਹ ਲਾ ਦਿੰਦੇ, ਸੋਰਸ ਹੀ ਨਹੀਂ ਸੀ ਇਨਕਮ ਸੋਰਸ, ਜੋ ਸੋਰਸ ਆਫ ਇਨਕਮ ਜੌਬ ਹੈ, ਬਟ ਪੈਸੇ ਇੱਕੋਦਮ ਕੋਈ ਐਸੀ ਜੌਬ ਨਹੀਂ ਜਿਹਦੇ 'ਚ 20 ਲੱਖ ਤੁਹਾਨੂੰ ਇੱਕ ਦਿਨ ਵਿੱਚ ਮਿਲ ਜਾਣ। ਸੋ ਇਹ ਐਕਚੁਅਲ ਜਿਵੇਂ ਗੌਰਵ ਜੀ ਨੇ ਸ਼ੁਰੂ ਕੀਤਾ ਸੀ ਨਾ ਸ਼ੋ, ਵੀ ਐਕਸਪੀਰੀਅੰਸ ਉੱਥੋਂ ਆਉਂਦੀਆਂ ਨੇ ਇਹ ਚੀਜ਼ਾਂ, ਐਕਸਪਰਟਾਈਜ਼ ਨਾਲ ਆਉਂਦੀਆਂ ਨੇ ਇਹ ਚੀਜ਼ਾਂ। ਅੱਜ ਫਾਈਲ ਲਾ ਦੇਣਾ, ਵੱਧ ਡਾਕੂਮੈਂਟ ਲਾ ਕੇ ਲਾ ਦੇਣਾ, ਜਾਂ ਬਿਨਾਂ ਸੋਚੇ ਸਮਝੇ ਡਾਕੂਮੈਂਟ ਨੂੰ ਬਿਨਾਂ ਅਸੈਸ ਕੀਤੇ ਲਾ ਦੇਣਾ, ਉਹ ਵੀ ਇੱਕ ਰਿਜੈਕਸ਼ਨ ਦਾ ਕਾਰਨ ਬਣਦਾ ਹੈ। ਇੱਕ ਦੋ ਸਟੂਡੈਂਟ ਤੁਹਾਨੂੰ ਮਿਲਾ ਦੇਣਾ ਚਾਹੁੰਦਾ ਜਿਹੜੇ ਆਲਰੇਡੀ ਇਹਨਾਂ ਤੋਂ ਸਰਵਿਸ ਲੈ ਚੁੱਕੇ, ਤਾਂ ਕਿ ਤੁਹਾਨੂੰ ਐਕਸਪੀਰੀਅੰਸ ਸਟੂਡੈਂਟ ਆਪ ਦੱਸ ਪਾਉਣ। ਆਓ ਮਿਲਦੇ ਹਾਂ ਕੁਝ ਬੱਚਿਆਂ ਨੂੰ। ਮੇਰਾ ਨਾਮ ਕੁਲਦੀਪ ਕੌਰ ਸੋਹੀ ਹੈ, ਮੈਂ ਸੰਗਰੂਰ ਦੀ ਰਹਿਣ ਵਾਲੀ ਹਾਂ। ਮੇਰੀ ਲਾਸਟ ਕੁਆਲੀਫਿਕੇਸ਼ਨ MSc IT 2011 ਚ ਪਾਸ ਆਊਟ ਹੈ। ਉਸ ਤੋਂ ਬਾਅਦ ਮੇਰਾ 9 ਸਾਲ ਦਾ ਗੈਪ ਸੀ ਤੇ ਮੈਂ 2015 ਚ ਮੇਰੀ ਮੈਰਿਜ ਹੋਈ ਤੇ ਮੇਰੇ ਹਸਬੈਂਡ ਤੇ ਮੇਰਾ ਇਹ ਡ੍ਰੀਮ ਸੀ ਕਿ ਅਸੀਂ ਫੋਰਨ ਜਾ ਕੇ ਸੈਟਲ ਹੋਈਏ। ਫਿਰ ਅਸੀਂ ਕੈਨੇਡਾ ਦਾ ਅਪਲਾਈ ਕੀਤਾ, 4 ਵਾਰ ਮੇਰਾ ਕੈਨੇਡਾ ਦਾ ਰਿਫਿਊਜ਼ਲ ਆਇਆ। ਉਸ ਤੋਂ ਬਾਅਦ ਮੈंने ਟੀਵੀ ਵਿੱਚ ਸੈਟਲਿੰਗ ਅਬਰੋਡ ਦੀ ਸਰਵਿਸ ਬਾਰੇ ਸੁਣਿਆ ਤੇ ਮੈंने ਇਹਨਾਂ ਕੋਲ ਆ ਕੇ ਆਪਣੀ ਪ੍ਰੋਫਾਈਲ ਦਿਖਾਈ ਤੇ ਇਹਨਾਂ ਤੋਂ ਪੁੱਛਿਆ ਤੇ ਇਹਨਾਂ ਨੇ ਮੈਨੂੰ ਯੂਕੇ ਬਾਰੇ ਸੁਜੈਸ਼ਨ ਕੀਤਾ ਤੇ ਉਸ ਤੋਂ ਬਾਅਦ ਮੈਂ ਯੂਕੇ ਦਾ ਅਪਲਾਈ ਕੀਤਾ ਤੇ ਮੇਰਾ 4 ਦਿਨਾਂ ਦੇ ਵਿੱਚ ਯੂਕੇ ਦਾ ਵੀਜ਼ਾ ਆ ਗਿਆ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੈਫੀਆ ਹੈ ਤੇ ਮੈਂ ਵਾਈਫ ਆਫ ਮਿਸਟਰ ਵਿਕਰਮ ਕੁਮਾਰ ਹਾਂ। ਮੈਂ ਵਿਲੇਜ ਲਲੀਆਕੁਟ ਪੋਸਟ ਆਫਿਸ ਰਾਮਪੁਰਾ ਤੇ ਡਿਸਟ੍ਰਿਕਟ ਜਲੰਧਰ ਦੀ ਰਹਿਣ ਵਾਲੀ ਹਾਂ। ਐਕਚੁਅਲੀ ਮੈਂ ਪਹਿਲਾਂ ਡਿਗਰੀ ਕੀਤੀ ਸੀ ਬੀਟੈਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਤੇ ਉਸ ਤੋਂ ਬਾਅਦ ਮੈਂ ਮਾਸਟਰਸ ਲਈ ਅੱਗੇ ਅਪਲਾਈ ਕਰਨਾ ਚਾਹਿਆ ਕਿਉਂਕਿ ਮੇਰੇ ਹਸਬੈਂਡ ਯੂਕੇ ਰਿਟਰਨ ਸੀ ਤੇ ਓਬਵੀਅਸਲੀ ਅਸੀਂ ਵੀ ਚਾਹੁੰਦੇ ਸੀ, ਮੈਂ ਵੀ ਚਾਹੁੰਦੀ ਸੀ ਕਿ ਮੈਂ ਆਪਣੀ ਪੂਰੀ ਫੈਮਿਲੀ ਦੇ ਨਾਲ ਯੂਕੇ ਦੇ ਵਿੱਚ ਸੈਟਲ ਹੋਵਾਂ। ਤੇ ਫਿਰ ਅਸੀਂ ਮੋਹਾਲੀ ਦੇ ਵਿੱਚ ਵਾਕ-ਇਨਸ ਕਰ ਰਹੇ ਸੀ ਤੇ ਤਾਂ ਹੀ ਉਸ ਟਾਈਮ ਤੇ ਫਿਰ ਮੈਨੂੰ ਸੈਟਲਿੰਗ ਅਬਰੋਡ ਸਰਵਿਸਿਜ਼ ਦੇ ਬਾਰੇ ਪਤਾ ਲੱਗਿਆ। ਮੈਂ ਜਦੋਂ ਇੱਥੇ ਇਹਨਾਂ ਨੇ ਮੈਨੂੰ ਸਾਰਾ ਪ੍ਰੋਸੈਸ ਸਮਝਾਇਆ, ਸਾਨੂੰ ਬਹੁਤ ਹੀ ਚੰਗਾ ਲੱਗਾ। ਜਿੱਦਾਂ ਵੀ ਇਹਨਾਂ ਨੇ ਸਾਨੂੰ ਸਮਝਾਇਆ, ਵੇ ਆਫ ਜੋ ਵੀ ਇਹਨਾਂ ਦਾ ਸਾਨੂੰ ਮੈਸੇਜ ਕਨਵੇ ਕਰਨ ਦਾ ਵੀ ਸਾਨੂੰ ਬਹੁਤ ਵਧੀਆ ਲੱਗਾ ਸਾਰਾ ਇਹਨਾਂ ਦਾ। ਫਿਰ ਇਹਨਾਂ ਦੇ ਜਿੱਦਾਂ ਹੀ ਸਾਨੂੰ ਸਮਝਾਉਂਦੇ ਗਏ, ਅਸੀਂ ਇਹਨਾਂ ਦੇ ਅਕੋਰਡਿੰਗਲੀ, ਇਹਨਾਂ ਦੀ ਗਾਈਡਲਾਈਨ ਦੇ ਨਾਲ ਅਸੀਂ ਚੱਲਦੇ ਰਹੇ। ਫਿਰ ਇਹਨਾਂ ਨੇ ਸਾਡੀ ਮੇਰੀ ਡਿਗਰੀ ਦੇ ਅਕੋਰਡਿੰਗਲੀ ਇਹਨਾਂ ਨੇ ਮੇਰੀ ਆਫਰ ਲੈਟਰ ਮੰਗਵਾਈ ਤੇ ਵਿਦਿਨ 1 ਮੰਥ ਮੇਰੀ ਆਫਰ ਲੈਟਰ ਆ ਗਈ ਸੀ। ਤੇ ਉਸ ਤੋਂ ਬਾਅਦ ਜਿੱਦਾਂ ਯੂਨੀਵਰਸਿਟੀ ਦੇ ਜੋ ਮੇਰੇ ਤੋਂ ਜੋ ਉਹਨਾਂ ਦੇ ਰਿਕੁਆਇਰਮੈਂਟ ਸੀ, ਇਹਨਾਂ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਤੇ ਹਰ ਇੱਕ ਚੀਜ਼ ਬਾਰੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ। ਤੇ ਉਸ ਤੋਂ ਬਾਅਦ ਮੈਨੂੰ ਥੋੜਾ ਜਿਹਾ ਫੰਡਿੰਗ ਦੇ ਵਿੱਚ ਪ੍ਰੋਬਲਮ ਆਈਆਂ ਸੀ, ਬਟ ਇਹਨਾਂ ਦੀ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਸੀ ਕਿ ਇਹਨਾਂ ਨੇ ਮੈਨੂੰ ਮੇਰੇ ਫੰਡਸ ਦੇ ਵਿੱਚ ਵੀ ਬਹੁਤ ਹੈਲਪ ਕੀਤੀ। ਤੇ ਉਸ ਤੋਂ ਬਾਅਦ ਜਦੋਂ ਮੇਰੇ ਫੰਡਸ ਵਗੈਰਾ ਸਾਰਾ ਕੁਝ ਹੋ ਗਿਆ ਤੇ ਆਫਟਰ 1 ਮੰਥ ਔਰ 2 ਮੰਥਸ ਬਾਅਦ ਮੇਰੀ ਕੈਸ਼ ਲੈਟਰ ਆ ਗਈ ਸੀ। ਔਰ ਕੈਸ਼ ਲੈਟਰ ਤੋਂ ਬਾਅਦ ਨਾਲ ਹੀ ਮੇਰਾ ਫਿਰ ਇਹਨਾਂ ਨੇ ਜੋ ਵੀ ਸਾਰਾ ਕੁਝ ਸੀ ਮੇਰੀ ਇਹਨਾਂ ਨੇ ਐਮਬੈਸੀ ਦੇ ਵਿੱਚ ਫਾਈਲ ਲਗਾਈ ਤੇ ਆਫਟਰ 6 ਡੇਜ਼ ਮੇਰਾ ਵੀਜ਼ਾ ਆ ਗਿਆ ਸੀ। ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿ ਇਹਨਾਂ ਨੇ ਮੈਨੂੰ ਮੇਰਾ ਵੀਜ਼ਾ ਦੇਖੋ ਮੇਰਾ ਵੀਜ਼ਾ ਵੀ ਆਫਟਰ 6 ਡੇਜ਼ ਆ ਗਿਆ ਸੀ ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਤੇ ਥੈਂਕ ਯੂ ਸੋ ਮਚ ਸੈਟਲਿੰਗ ਅਬਰੋਡ ਸਰਵਿਸਿਜ਼। ਜੀ, ਮੇਰਾ ਨਾਮ ਸੰਦੀਪ ਸਿੰਘ ਆ, ਮੈਂ ਹਰੀਕੇ ਪੱਟੀ ਤੋਂ ਬਿਲੋਂਗ ਕਰਦਾ ਹਾਂ ਤੇ ਮੈਂ 2016 ਵਿੱਚ ਆਪਣੀ +2 ਕੰਪਲੀਟ ਕੀਤੀ ਤੇ ਮੇਰੇ 73% ਨੰਬਰ ਹੀ ਤੇ ਆਫਟਰ ਦੈਟ ਮੈਂ ਆਇਲਸ ਵੀ ਕੀਤੀ ਤੇ ਉਸ ਤੋਂ ਬਾਅਦ ਮੇਰੇ ਸਾਡੇ ਭੈਣ ਬੈਠੀ ਤੇ ਮੈਂ ਉਹਦੇ ਬਾਅਦ ਕੰਟਰੀਆਂ 'ਚ ਅਪਲਾਈ ਕੀਤਾ, ਲਾਈਕ ਨਿਊਜ਼ੀਲੈਂਡ ਕੀਤਾ ਪਹਿਲਾਂ ਤੇ ਕੁਝ ਰਿਫਿਊਜ਼ਲ ਅਨਫੋਰਚੂਨੇਟਲੀ ਗਾਟ ਰਿਫਿਊਜ਼ਡ and after that my father and I very upset because of my visa and after that I consulted with my father and I
I saw the ad on TV, and after that I visited to Settling Broad Services Mohali, and after that they guide me a good because they also gave me a suggestion of some universities like University of East London and University of Manchester, but I got the offer of University of East London, and after getting my offer letter, I paid all my expenses, fees to the university, and within a 7 to 10 days I got my class letter, and after that within 2 days I applied for my visa in DFS office, and within 10 days I got my visa, and I am very satisfied to this company, and I recommended to all my near and dear ones to please once visit this office. ਸੋ ਇਹ ਸੀਗੇ ਜੀ ਕੁਝ ਸਟੂਡੈਂਟ ਜਿਨ੍ਹਾਂ ਨੇ ਸੈਟਲਿੰਗ ਅਬਰਾਡ ਤੋਂ ਆਲਰੇਡੀ ਸਰਵਿਸਿਜ਼ ਲਈਆਂ ਤੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਵਿਦ ਵੀਜ਼ਾ ਤੁਹਾਡੇ ਅੱਗੇ ਸ਼ੇਅਰ ਕੀਤਾ। ਤੁਸੀਂ ਇਹਨਾਂ ਦੁਆਰਾ ਕੋਈ ਜਾਣਕਾਰੀ ਚਾਹੁੰਦੇ ਹੋ, ਅਸੈਸਮੈਂਟ ਚਾਹੁੰਦੇ ਹੋ, ਗਾਈਡੈਂਸ ਚਾਹੁੰਦੇ ਹੋ ਤਾਂ ਇਹਨਾਂ ਦੇ ਨੰਬਰਾਂ 'ਤੇ ਕਾਲ ਕੀਤਾ ਜਾ ਸਕਦਾ। ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ, ਬਟ ਗੌਰਵ ਜੀ ਸ਼ੋਅ ਚਾਹੁਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ, ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।